ਤੇ ਮੈਂ ਮਾਨਨੀ ਤੇ ਅਡਾਨੀ ਨੂੰ ਦੱਸਣਾ ਚਾਹੁੰਦਾ ਹੈ ਕੋਈ ਚਾਲ ਨਹੀਂ ਹੈ, ਜੋ ਤੁਸੀਂ ਸਾਡੇ ਨਾਲ ਕਰ ਰਹੇ ਹੋ ਅਸੀਂ ਵਾਪਸ ਜਵਾਬ ਵਿੱਚ ਉਹੀ ਦੇਵਾਂਗੇ। ਹਾਰ ਤੇ ਮੰਨਣੀ ਨਹੀਂ ਅਸੀਂ, ਕਿਉਂਕਿ ਬਿਲਕੁਲ ਜੈਨੂਅਨ ਹੈਗੀ ਸਾਰੀ ਪ੍ਰੋਬਲਮ, ਸਭ ਨੂੰ ਪਤਾ ਹੈ। ਹੁਣ ਇੱਕ ਅਨਪੜ੍ਹ ਕਿਸਾਨ ਨੂੰ ਵੀ ਪਤਾ ਲੱਗ ਗਿਆ ਹੈ ਕਿ ਬਈ ਕੀ ਸਾਡੇ ਨਾਲ ਕੀ ਖੇਡ ਹੋ ਰਹੀ ਹੈ। ਪੰਜਾਬੀ ਨੈਸ਼ਨਲ ਟੀਵੀ ਤੇ ਇੱਕ ਵਾਰ ਫਿਰ ਤੋਂ ਸਵਾਗਤ ਹੈ। ਤੇ ਹੁਣ ਮੈਂ ਜਿੱਥੇ ਖੜੀ ਹਾਂ ਤੁਹਾਨੂੰ ਇੱਕ ਤਸਵੀਰ ਦਿਖਾਉਣਾ ਚਾਹ ਰਹੀ ਹਾਂ। ਪੂਰੇ ਦਾ ਪੂਰਾ ਪਰਿਵਾਰ ਹੈ ਇਸ ਵੇਲੇ ਭਾਵੁਕ ਹੋਇਆ ਹੈ, ਬੱਚੇ ਆਏ ਹੋਏ ਨੇ ਤੇ ਇਹਨਾਂ ਦੇ ਹੱਥ ਦੇ ਵਿੱਚ ਤੁਸੀਂ ਗੋਲਕ ਦੇਖ ਸਕਦੇ ਹੋ। ਬੜੇ ਸਾਰੇ ਸਵਾਲ ਉੱਠ ਰਹੇ ਸੀਗੇ ਕਿ ਇਸ ਅੰਦੋਲਨ ਦੇ ਵਿੱਚ ਫੰਡਿੰਗ ਕਿੱਥੋਂ ਆ ਰਹੀ ਹੈ। ਬੜੇ ਲੋਕ ਇਸ ਸਵਾਲ ਨੂੰ ਉਠਾ ਰਹੇ ਸੀਗੇ, ਪਰ ਮੈਂ ਹੁਣ ਇਹ ਦੱਸਣਾ ਚਾਹੁੰਦੀ ਹਾਂ ਕਿ ਜਿਹੜਾ ਲੋਕੀ ਇਹ ਸਵਾਲ ਉਠਾ ਰਹੇ ਸੀ ਬਾਰ-ਬਾਰ, ਉਹਨਾਂ ਦੇ ਸਵਾਲਾਂ ਦਾ ਜਿਹੜਾ ਆਨਸਰ ਆ ਉਹ ਇਹੀ ਹੈ ਕਿ ਇਹ ਛੋਟੇ ਬੱਚੇ ਜਿਹੜੇ ਨੇ ਆਪਣੀ ਗੋਲਕ ਤੱਕ ਲੈ ਕੇ ਇੱਥੇ ਪਹੁੰਚ ਚੁੱਕੇ ਨੇ ਡੋਨੇਸ਼ਨ ਦੇ ਲਈ। ਸੋ ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ, ਇੰਨਾ ਸਹਿਯੋਗ ਮਿਲ ਰਿਹਾ ਆ। ਸਤਿ ਸ਼੍ਰੀ ਅਕਾਲ ਬੱਚੇ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ? ਅਰਸ਼ਜੋਤ ਸਿੰਘ। ਅਰਸ਼, ਅੱਜ ਤੁਸੀਂ ਆਪਣਾ ਗੋਲਕ ਲੈ ਕੇ ਆਏ ਹੋ, ਕਿੰਨੀ ਦੇਰ ਤੋਂ ਸੇਵਿੰਗ ਕਰ ਰਹੇ ਸੀਗੇ? 3 ਸਾਲ। 3 ਸਾਲ ਤੋਂ ਸੇਵਿੰਗ ਕਰ ਰਹੇ ਸੀਗੇ ਤੇ 3 ਸਾਲ ਦੀ ਸੇਵਿੰਗ ਤੁਸੀਂ ਇੱਥੇ ਕਿਉਂ ਲੈ ਕੇ ਆਏ ਹੋ? ਕਿਉਂਕਿ ਜਦ ਮੈਂ ਪਿਛਲੀ ਵਾਰ ਆਇਆ ਸੀ ਮੈਂ ਵੇਖਿਆ ਸੀ ਕਿ ਬਹੁਤ ਬਜ਼ੁਰਗ ਕਿਸਾਨ ਇੱਥੇ ਠੰਡ ਵਿੱਚ 2 ਡਿਗਰੀ ਸੈਲਸੀਅਸ ਵਿੱਚ ਸੋ ਰਹੇ ਸੀ, ਤਾਂ ਮੈਨੂੰ ਬਿਲਕੁਲ ਅੱਛਾ ਨਹੀਂ ਲੱਗਿਆ। ਮੈਂ ਕਰ ਗਿਆ ਤੇ ਮੈਂ ਰੋਣੇ ਲੱਗ ਗਿਆ। ਫਿਰ ਮੈਂ ਸੋਚਿਆ ਕਿ ਮੈਂ ਅਗਲੀ ਵਾਰ ਜਦ ਆਵਾਂਗਾ ਤਾਂ ਆਪਣੀ ਗੋਲਕ ਦੇ ਪੈਸੇ ਉਹਨਾਂ ਨੂੰ ਦੇ ਦੇਵਾਂਗਾ। ਤੇ ਜਦੋਂ ਦੇਖਿਆ ਸੀ ਸਾਡੇ ਕਿਸਾਨ ਜਿਹੜੇ ਨੇ ਜਾਂ ਸਾਡੇ ਇੱਥੇ ਬਜ਼ੁਰਗ ਨੇ ਉਹ ਠੰਡ ਦੇ ਵਿੱਚ ਬੈਠੇ ਨੇ, ਤੇ ਕਿੱਦਾਂ ਦਾ ਲੱਗਿਆ ਸੀ? ਮੈਂ ਬਹੁਤ ਭਾਵੁਕ ਹੋ ਗਿਆ ਸੀ। ਮੈਨੂੰ ਬਿਲਕੁਲ ਅੱਛਾ ਨਹੀਂ ਲੱਗ ਰਿਹਾ ਸੀ ਕਿਉਂਕਿ ਉਹ ਬਹੁਤ ਜ਼ਿਆਦਾ ਬਜ਼ੁਰਗ ਸੀਗੀ ਅਤੇ ਉਸ ਦਾ ਜਦ ਮੈਂ ਟੈਂਪਰੇਚਰ ਵੇਖਿਆ ਤਾਂ ਟੈਂਪਰੇਚਰ 2 ਡਿਗਰੀ ਸੈਲਸੀਅਸ ਸੀ। ਜਦ ਅਸੀਂ ਰਾਤ ਨੂੰ ਆਪਣੀ ਕੰਬਲਾਂ 'ਚ ਬਹਿ ਕੇ ਘਰ ਵਿੱਚ ਸੌਂਦੇ ਹਨ ਤਾਂ ਇੱਕ ਕਿਸਾਨ ਸਾਡੇ ਜੋ ਅੰਨਦਾਤਾ ਹੈ ਉਹ ਇੱਥੇ ਠੰਡ ਵਿੱਚ ਸੋ ਰਿਹਾ ਸੀ। ਹੁਣ ਇੱਥੇ ਜਦੋਂ ਤੁਸੀਂ ਆਪਣੀ ਡੋਨੇਸ਼ਨ ਕਰਨ ਆਏ ਹੋ, ਜੋ ਤੁਹਾਡੇ ਪਿਗੀ ਬੈਂਕ ਦੇ ਵਿੱਚ ਹੈਗਾ ਆ, ਤੇ ਕੀ ਲੱਗਦਾ ਤੁਹਾਨੂੰ ਕਿ ਤੁਹਾਡੇ ਇਸ ਪਿਗੀ ਬੈਂਕ ਦੇ ਨਾਲ ਕੁਝ ਹੋਏਗਾ? ਹਾਂਜੀ ਜ਼ਰੂਰ। ਇਹਨਾਂ ਦੇ ਪੈਸਿਆਂ ਤੋਂ ਉਹ ਕੁਝ ਖਰੀਦ ਕੇ ਉਹਨਾਂ ਨੂੰ ਕੰਬਲ ਜੋ ਵੀ ਉਹਨਾਂ ਨੂੰ ਚਾਹੀਦਾ ਉਹ ਉਹਨਾਂ ਦੀ ਨੀਡਸ ਪੂਰੀ ਕਰ ਦੇਣਗੇ। ਸੋ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਦਾ ਪੂਰਾ ਪਰਿਵਾਰ ਜਿਹੜਾ ਆ ਇੱਥੇ ਆਇਆ ਹੋਇਆ ਆ। ਇਹ ਉਹਨਾਂ ਦੇ ਵੱਡੇ ਭਰਾ ਨੇ ਇਸ ਬੱਚੇ ਦੇ, ਤੇ ਇਹ ਵੀ ਆਪਣੀ ਜਿਹੜਾ ਪਿਗੀ ਬੈਂਕ ਲੈ ਕੇ ਆਏ ਹੋਏ ਨੇ ਡੋਨੇਸ਼ਨ ਕਰਨ ਦੇ ਲਈ। ਤੇ ਮੈਨੂੰ ਹੋਰ ਵੀ ਇਹਨਾਂ ਦੇ ਬਾਰੇ ਗੱਲ ਇੱਕ ਪਤਾ ਲੱਗੀ ਹੈ ਕਿ ਇਹਨਾਂ ਨੂੰ ਲਾਜ਼ ਦੀ ਬੜੀ ਨੌਲੇਜ ਹੈਗੀ ਹੈ। ਸਤਿ ਸ਼੍ਰੀ ਅਕਾਲ ਬੱਚੇ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ? ਅਗਮਜੋਤ ਸਿੰਘ। ਅਗਮ, ਅੱਛਾ, ਜਿੱਦਾਂ ਤੁਹਾਡੇ ਫਾਦਰ ਸਾਹਿਬ ਨੇ ਦੱਸਿਆ ਕਿ ਤੁਹਾਨੂੰ ਲਾਅ ਦੀ ਬੜੀ ਨੌਲੇਜ ਹੈਗੀ ਹੈ ਇਸ ਉਮਰ ਦੇ ਵਿੱਚ। ਉਮਰ ਕਿੰਨੀ ਹੈ? 13। ਸੋ ਕਿਸਾਨੀ ਜਿਹੜੇ ਆਪਣੇ ਹੱਕ ਇੱਥੇ ਮੰਗ ਰਹੇ ਨੇ, ਕਿਸਾਨ ਵੀਰ ਆਪਣੇ ਹੱਕ ਮੰਗ ਰਹੇ ਨੇ, ਤੁਹਾਨੂੰ ਪਤਾ ਹੈ ਕਿ ਲਾਅ ਕਿਹੜੇ ਨੇ, ਕਿਹੜੇ ਕਾਨੂੰਨ ਨੇ? ਹਾਂਜੀ ਪਤਾ ਜੀ। ਉਹ 3 ਕਾਨੂੰਨ ਹੈਗੇ ਨੇ ਜੋ ਸਰਕਾਰ ਨੇ ਥੋਪੇ ਹੈ ਸਾਡੇ ਤੋਂ, ਜੋ ਕਿ ਅਸੀਂ ਕਦੇ ਨਹੀਂ ਮੰਗੇ। ਤੇ ਇਹ 3 ਲਾਅ ਹੈ, ਦ ਪ੍ਰੋਡਿਊਸ ਟ੍ਰੇਡ ਐਂਡ ਕਾਮਰਸ ਆਰਡੀਨੈਂਸ। ਤੋ ਇਸ ਦੇ ਵਿੱਚ ਕੀ ਹੋਏਗਾ ਕਿ ਇੱਕ ਸਰਕਾਰੀ ਮੰਡੀ ਹੈ ਤੇ ਇੱਕ ਪ੍ਰਾਈਵੇਟ ਮੰਡੀ ਵੀ ਸੈੱਟ ਹੋ ਜਾਵੇਗੀ। ਤੇ ਸਰਕਾਰੀ ਮੰਡੀ 'ਚ ਅਸੀਂ ਮੰਨ ਲੈਂਦੇ ਹਾਂ ਕਿ ਇੱਕ ਗੋਭੀ ਦੇ ਉਹਨਾਂ ਨੂੰ 2000 ਪ੍ਰਤੀ ਕੁਇੰਟਲ ਮਿਲਦਾ ਹੈ। ਤੇ ਪ੍ਰਾਈਵੇਟ ਵੀ ਉਹਨਾਂ ਨੇ ਖੜੀ ਕਰਤੀ, ਜਿਹੜੇ ਨੇ ਅੰਬਾਨੀ ਐਂਡ ਅਡਾਨੀ ਕੀ ਕਰਾਂਗੇ, ਉਹਨਾਂ ਦੀ ਜਗ੍ਹਾ ਸਾਫ਼ ਹੋਗੀ, ਏਅਰ ਕੰਡੀਸ਼ਨ ਹੋਗੀ, ਬਲਕਿ ਸਰਕਾਰੀ ਧੂਲ ਮਿੱਟੀ ਤੇ 3-4 ਚੱਕਰ ਵੀ ਕਟਵਾਂਗੇ ਕਿ ਹਲੇ ਇਹ ਨਹੀਂ ਹੈ, ਹਲੇ ਉਹ ਨਹੀਂ ਹੈ। ਤੇ ਪ੍ਰਾਈਵੇਟ ਵਾਲੇ ਕੀ ਕਰਾਂਗੇ ਕਿ ਜਿਹੜੇ ਅੰਬਾਨੀ ਐਂਡ ਅਡਾਨੀ ਹੈ ਉਹ 2000 ਨੂੰ 2500 'ਚ ਉਹਨਾਂ ਨਾਲ ਖਰੀਦੇਂਗੇ। ਤਾਂ ਫਿਰ ਹਰ ਕਿਸਾਨ ਉੱਥੇ ਹੀ ਜਾਣਾ ਪ੍ਰੈਫਰ ਕਰੇਗਾ। ਤੇ ਫਿਰ ਹੁਣ ਸਰਕਾਰ ਕੀ ਕਰੇਗੀ ਕਿ ਹੁਣ ਸਾਡੇ ਕੋਲ ਤਾਂ ਕੋਈ ਆਉਂਦਾ ਨਹੀਂ, ਅਸੀਂ ਸਰਕਾਰ ਮੰਡੀ ਬੰਦ ਕਰ ਰਹੇ ਹਾਂ। ਤੇ ਜਦ ਸਰਕਾਰ ਮੰਡੀ ਬੰਦ ਤੇ MSP ਖਤਮ ਤੇ ਹੁਣ ਕੀ ਕਰੇਗੀ ਇਹ ਅੰਬਾਨੀ ਐਂਡ ਅਡਾਨੀ ਕਿ ਉਹ ਰੇਟ ਘਟਾ ਦੇਗੀ, ਮੰਗੇਗੀ ਕਿ 1000 ਤੁਹਾਨੂੰ ਦੇਣਾ ਤੇ ਦਿਓ ਵਰਨਾ ਜਾਓ, ਕਿਉਂਕਿ ਹੋਰ ਕੋਈ ਮੰਡੀ ਹੈਗੀ ਨਹੀਂ ਉਹਨਾਂ ਦੇ ਕੋਲ, ਤਾਂ ਉਹਨਾਂ ਨੂੰ ਉਧਰ ਹੀ ਦੇਣਾ ਪਊਗਾ। ਤੇ ਇੱਕ ਹੈ ਕੰਟਰੈਕਟ ਫਾਰਮਿੰਗ ਵਿੱਚ ਕੀ ਹੈ ਕਿ ਡੀਲ ਸਾਈਨ ਕਰਵਾ ਲੈਂਗੇ ਕਿ 15 ਸਾਲ ਉਹਨਾਂ ਨੂੰ ਇਹਨੂੰ ਅੰਬਾਨੀ ਅਡਾਨੀ ਨੂੰ ਹੀ ਦੇਣੀ ਹੈ ਗੋਭੀ, ਤੇ ਉਹ 1 ਲੱਖ ਦੇਣਗੇ ਫॉर एग्जांपल। तो 1 ਲੱਖ देंगे तो 1 साल तो वो ठीक रहेंगे, तो दूजे साल की कह देंगे कि इस बारी फसल अच्छी नहीं आई, असी 20,000 ही दे सकते हैं। तो वो फार्मर की करेगा, सरपंच के कोल जाएगा, तो अंबानी अडानी तो सरपंच को आएंगे नहीं। हुण पुलिस के कोल जाएगा तो पुलिस अंबानी दियाँ सुनेगी या इन्हां दियाँ। तो मैं पढ़िया सी कि एक लॉ में यह भी लिखा है दैट फार्मर्स कैन नॉट विजिट द कोर्ट, तो उन्होंने कोल कोर्ट का ऑप्शन भी नहीं बचा, तो वो कित्थे जाएंगे।
ਫਿਰ ਜੋ ਹੋਏਗਾ ਹੁਣ 15 ਸਾਲ ਫਿਰ ਉਹ ਕहेंगे ਕਿ ਕੰਟਰੈਕਟ ਜੀ ਸਾਨੂੰ ਕੈਂਸਲ ਕਰਨਾ, ਤੁਸੀਂ ਸਾਨੂੰ 20,000 ਦੇ ਰਹੇ ਹੋ, ਕਹਿੰਦੇ ਕੰਟਰੈਕਟ ਸਾਈਨਡ ਹੈ 15 ਸਾਲ ਤੁਹਾਨੂੰ ਕਰਨਾ ਹੀ ਪਊਗਾ। ਫਿਰ ਹੁਣ ਉਹਨਾਂ ਨੂੰ 80,000 ਦਾ ਲਾਸ ਹੈਗਾ, ਤਾਂ ਫਿਰ ਉਹ ਫਿਰ बीज फर्टिलाइज़र जो खरीदने वो कितों खरीदेंगे, तो उन्हें तो लोन ले लेंगे, फिर कर्ज च डूब जाएंगे। फिर 15 साल के बाद वो कहेंगे कि जी साड़ी ज़मीन ले लो, साडा कर्जा माफ़ कर दो, तो फिर अंबानी अडानी उन्होंने ज़मीन पर राज करेंगे। तो 2 दिन बाद उन्होंने बुलाएंगे तो पूछेंगे कि तुसी कम करोगे इत्थे। तो जे फार्मर अपना लैंड लॉर्ड था वो अब सर्वेंट बन गया है अंबानी अडानी का। ਇਸੇ ਕਰਕੇ किसान ਜਿਹੜੇ ਨੇ ਆਪਣੇ ਹੱਕ ਦੇ ਲਈ ਇੱਥੇ ਆਏ ਨੇ, ਹੈ ਨਾ। हाँ जी, ਕੀ ਲੱਗਦਾ ਹੈ ਕਿ ਇਸ ਅੰਦੋਲਨ ਦੇ ਨਾਲ ਫਰਕ ਪਵੇਗਾ ਸਰਕਾਰ ਨੂੰ? हाँ जी पवेगा तो ज़रूर। हुण नारे जोश वोश देख के किसान की जित्ती होगी। ਅੰਬਾਨੀ ਅਡਾਨੀ ਸਭ ਨੂੰ ਪਤਾ ਚੱਲ ਚੁੱਕਿਆ ਹੈ ਕਿ ਕਾਰਪੋਰੇਟ ਘਰਾਣੇ ਜਿਹੜੇ ਨੇ ਉਹਨਾਂ ਦੇ ਘਰ ਭਰੇ ਜਾ ਰਹੇ ਨੇ ਸਰਕਾਰ ਵੱਲੋਂ, ਹੈ ਨਾ। ਸੋ ਤੁਸੀਂ ਦੇਖਿਆ, ਤੁਹਾਨੂੰ ਸ਼ਾਇਦ ਪਤਾ ਲੱਗਿਆ ਹੋਵੇ ਕਿ ਜਿਹੜਾ ਅਸੀਂ ਬਾਈਕਾਟ ਕਰ ਰਹੇ ਹਾਂ, ਰਿਲਾਇੰਸ ਔਰ ਜੀਓ ਬਾਈਕਾਟ ਕਰ ਰਹੇ ਹਾਂ, ਉਹਦੇ ਨਾਲ ਨੁਕਸਾਨ ਕਿੰਨਾ ਹੋ ਗਿਆ ਹੈ ਅੰਬਾਨੀ? हाँ नुकसान तो काफ़ी हो गए थे। पंजाब के जियो यूजर्स से उन्होंने अपना सिम तोड़ के दूजे एयरटेल तो वोडाफोन कंपनियां ही बुला लिया ने कि सानू नया नंबर दे दिओ तुहाडे। ते हुण अंबानी लैटर लिखदा पिया है कि एयरटेल ते वोडाफोना दी चालां ने सानू दबाउण दियां। ते मैं अंबानी ते अडानी नूं दसना चाहुंदा है कोई चाल नहीं है, जो तुसीं साडे नाल कर रहे हो असीं वापस जवाब विच ओही देवांगे। क्या बात है। मैं सुन रही सी कि एक बच्चे के विचार जड़े ने इत्थे तक कि बच्चों को पता चल चुकिया है कि ये जड़े रूल्स या कानून बनाए गए ने किसानों के हित दे नहीं हैगे, पर फिर भी सरकार इस मनण लई तैयार नहीं। सरकार ये कह रही है कि जड़े कानून ने ये किसानों के लिए चंगे ने। ते इन्हां दा परिवार इत्थे खड़ा है ते भावुक हो गए सीगे। पहला मैं देखा कि किद्दां दा लग रहा है कि जदों बच्चों नूं तुसीं इस मुकाम ते देख रहे हो, है ना। बच्चियां पिगी बैंक लैके आ गए ने अज बच्चे इत्थे डोनेशन करन वास्ते। उम्र जरूर छोटी है पर सोच बहुत वड्डी है। किवें दा लगदा? मनु साडी दातरी असी मनु दे सोए, जो जो मनु वड़दा सी दोने सवाए होए। जिन्ना मर्जी सानू धकेल लो पिछे, कोई परवाह नहीं। बैकअप असी बिल्कुल बाउंस बैक जरूर करके आवांगे। हार ते मननी नहीं असी, क्योंकि बिल्कुल जेनवन हैगी सारी प्रॉब्लम, सब नू पता है। हुण एक अनपढ़ किसान नू भी पता लग गया है कि बई की साडे नाल की खेड हो रही है। तो हुण जिस तरह एक बच्चे नू हो जांदा ना, हुण गल जिद दी आ गई है। मैनू नहीं समझ आ रहा, पता नहीं किहड़ा जिहड़ा मतलब इन्नी जिद, इन्नी अपनी अणख दी की गल हो गई। जरा जिहा हैगा कोई गल नहीं, बिल तुसीं कैंसल कर दिओ, की दिक्कत हैगी? किसानां नू नहीं चाहिदी दुगनी आए, उन्हां नू सिंगल ते रहण दिओ, कोई दिक्कत नहीं। वो अपने आप करनगे। इन्ना सुसाइड कर रहे किसान, लेकिन किसी ਨੂੰ ਕੋਈ परवाह ही नहीं। बागडोर ਇਹੋ ਜਿਹੇ ਬੰਦਿਆਂ ਦੇ ਹੱਥ ਹੈ ਕਿ ਜਿਹੜੇ ਇੱਕ ਰਾਤ ਤੇ ਆ ਕੇ ਰਹੋ ਨਾ ਤੇ ਪਤਾ ਲੱਗ ਜਾਏਗਾ ਬਈ 2-3 ਡਿਗਰੀ ਸੈਲਸੀਅਸ ਵਿੱਚ ਰਾਤ ਰਹਿਣਾ ਕਿੰਨਾ ਔਖਾ ਹੈਗਾ। ਸਵੇਰੇ ਸਵੇਰੇ ਕਿੱਧਰ ਕੀ ਹਰ ਚੀਜ਼ ਐਸੈਂਸ਼ੀਅਲ ਨੀਡਸ ਜਿਹੜੀਆਂ ਨੇ ਕਿਸ ਤਰ੍ਹਾਂ ਉਹ ਅਰੇਂਜ ਕਰ ਰਹੇ ਨੇ, ਕਿਸੇ ਨੂੰ ਕੋਈ ਪੋਜੀਸ਼ਨ ਨਹੀਂ ਪਤਾ, ਕਿਸ ਤਰ੍ਹਾਂ ਰਹਿ ਰਹੇ ਨੇ। सवाल तो ये उठ रहा है कि फंडिंग कितों आ रही है। बाहर जो असीं जाने हैं तो लोग ये सवाल करते भी इस अंदोलन नूं फंडिंग कौन दे रहा है? ਇਹ ਤੇ ਫੰਡਿੰਗ ਪੁੱਛਣੀ ਉਦੋਂ ਸੀ ਜਦੋਂ ਕਰੋਨਾ ਫੈਲ ਰਿਹਾ ਸੀ ਤੇ ਗੁਰਸਿੱਖਾਂ ਨੇ ਲੰਗਰ ਲਾਇਆ ਸੀ। ਇਹ ਤੇ ਉਸ ਟਾਈਪ ਦਾ ਕੁਐਸਚਨ ਸੀਗਾ ਕਿ ਇਹ ਦੱਸੋ ਫੰਡਿੰਗ ਕਿੱਧਰੋਂ ਆ ਰਹੀ ਹੈ, ਗੁਰਦੁਆਰੇ ਨੂੰ ਪੈਸਾ ਕਿੱਧਰੋਂ ਮਿਲ ਰਿਹਾ ਹੈ। ਇਹ ਤੇ 10ਵੰਦ ਹੈਗਾ, ਬਾਬਾ ਜੀ ਨੇ ਚਲਾਇਆ ਸੀ, ਉਹ 10ਵੰਦ ਦੇ ਅਸੀਂ ਚੱਲ ਰਹੇ। ਹੁਣ ਬੱਚੇ ਭਾਵੇਂ ਪਿਗੀ ਬੈਂਕ ਲੈ ਕੇ ਆਣ, ਭਾਵੇਂ ਅਸੀਂ ਆਪਣਾ 10ਵੰਦ ਕੱਢੀਏ, ਕੁਝ ਵੀ ਹੋਏਗਾ। ਲੈਟ ਅਸ ਸੀ। ਤੇ ਬੱਚੇ ਜਿਹੜੇ ਨੇ ਇਸ ਉਮਰ ਦੇ ਵਿੱਚ ਬੜੀਆਂ ਵੱਡੀਆਂ ਗੱਲਾਂ ਕਰ ਰਹੇ ਨੇ, ਬੜੀ ਸੋਚ ਜਿਹੜੀ ਉੱਚੀ ਰੱਖੀ ਹੋਈ ਹੈ। ਤੇ ਨਾਰਮਲੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਅੱਜ ਕੱਲ੍ਹ ਦੇ ਬੱਚੇ ਜਿਹੜੇ ਨੇ ਸੋਸ਼ਲ ਮੀਡੀਆ ਇੰਟਰਨੈਟ ਦੇ ਜ਼ਿਆਦਾ ਟਾਈਮ ਸਪੈਂਡ ਕਰ ਰਹੇ ਨੇ, ਪਰ ਹੁਣ ਬੱਚਿਆਂ ਨੂੰ ਜਦੋਂ ਅਸੀਂ ਇਦਾਂ ਗੱਲ ਕਰਦੇ ਦੇਖ ਰਹੇ ਹਾਂ ਤੇ ਸਾਨੂੰ ਆਪ ਨੂੰ ਬੜਾ ਮਾਣ ਹੋ ਰਿਹਾ ਤੇ ਤੁਹਾਨੂੰ ਆਪ ਨੂੰ ਤਾਂ ਬਹੁਤ ਜ਼ਿਆਦਾ ਪ੍ਰਾਊਡ। ਵਾਹਿਗੁਰੂ ਦੀ ਕਿਰਪਾ ਹੈ ਜੀ, ਵਾਹਿਗੁਰੂ ਦਾ ਸ਼ੁਕਰ ਹੈ ਬੜਾ। ਬਸ ਅਸੀਂ ਤਾਂ ਥੈਂਕ ਕਰਦੇ ਹਾਂ ਵਾਹਿਗੁਰੂ ਨੂੰ ਕਿ ਬਈ ਭਾਵੇਂ ਜੋ ਵੀ ਸਾਡਾ 10ਵੰਦ ਹੈ ਬਸ ਵਾਹਿਗੁਰੂ ਲੇਖੇ ਲਾਏ ਬਈ ਫਟਾਫਟ ਖਤਮ ਹੋਏ ਤੇ ਅਸ ਸਾਰੇ ਪੰਜਾਬ ਵਾਲੇ ਆਪਣੇ ਘਰ ਨੂੰ ਜਾਈਏ ਤੇ ਅਸੀਂ ਆਪਣੀ ਦਿੱਲੀ ਵਾਪਸ ਸੰਭਾਲੀ। ਬਹੁਤ ਬਹੁਤ ਧੰਨਵਾਦ। ਤੇ ਤੁਸੀਂ ਦੇਖ ਸਕਦੇ ਹੋ ਕਿ ਲੋਕ ਜਿਹੜੇ ਨੇ ਉਹ ਲਗਾਤਾਰ ਇਸ ਅੰਦੋਲਨ ਦੇ ਵਿੱਚ ਆਪਣਾ ਯੋਗਦਾਨ ਦੇ ਰਹੇ ਨੇ, ਉਹ ਚਾਹੇ ਕਿਸੇ ਵੀ ਤਰੀਕੇ ਦੇ ਨਾਲ ਹੋਵੇ। ਤੇ ਹੁਣ ਤਾਂ ਬੱਚੇ ਵੀ ਜਿਹੜੇ ਨੇ ਉਹ ਆਪਣੇ ਪਿਗੀ ਬੈਂਕ ਲੈ ਕੇ ਆ ਰਹੇ ਨੇ ਡੋਨੇਸ਼ਨ ਵਾਸਤੇ। ਸੋ ਇਹ ਅੰਦੋਲਨ ਜੇ ਸਰਕਾਰਾਂ ਨੂੰ ਲੱਗਦਾ ਹੈ ਕਿ ਕਿਸੇ ਵੀ ਦਿੱਕਤ ਕਰਕੇ, ਕਿਸੇ ਵੀ ਕਮੀ ਕਰਕੇ ਅੰਦੋਲਨ ਖਤਮ ਹੋ ਜਾਏਗਾ, ਲੋਕ ਆਪਣੇ ਘਰਾਂ ਨੂੰ ਵਾਪਸ ਚਲ ਜਾਣਗੇ, ਤੇ ਇਦਾਂ ਸੋਚਣਾ ਬਿਲਕੁਲ ਬੇਕਾਰ ਹੈ। ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ ਟੀਵੀ।